ਮੇਰਾ ਨਾਮ ਰਾਣੀ ਹੈ ਅਤੇ ਮੇਰੀ ਇੱਕ ਧੀ ਹੈ ਜਿਸ ਦਾ ਨਾਮ ਪੂਜਾ ਹੈ। ਮੇਰੀ ਧੀ ਪੂਜਾ ਦਾ ਸਿਰ ਹਰ ਵੇਲੇ ਦੁਖਦਾ ਰਹਿੰਦਾ ਹੈ। ਮੈਂ ਸ਼ਹਿਰ ਦੇ ਹਰ ਵਧੀਆ ਹਸਪਤਾਲ ਵਿੱਚ ਇਸ ਦਾ ਇਲਾਜ ਕਰਵਾ ਕੇ ਥੱਕ ਗਈ ਸੀ, ਪਰ ਪੂਜਾ ਦਾ ਸਿਰ ਦਰਦ ਖਤਮ ਹੁੰਦਾ ਨਹੀਂ ਸੀ ਲੱਗਦਾ। ਮੇਰੇ ਪਤੀ ਦਾ ਕਾਫੀ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ। ਮੈਂ ਆਪਣੀ ਧੀ ਨਾਲ ਕਿਰਾਏ ਦੇ ਮਕਾਨ ਵਿੱਚ ਇਕੱਲੀ ਰਹਿੰਦੀ ਸੀ। ਇੱਕ ਦਿਨ ਸਫਾਈ ਕਰਦੇ ਸਮੇਂ ਮੇਰੀ ਬੇਟੀ ਨੂੰ ਚੱਕਰ ਆਉਣ ਲੱਗੇ ਅਤੇ ਉਹ ਚੱਕਰ ਆਉਣ ਕਾਰਨ ਬੇਹੋਸ਼ ਹੋ ਗਈ। ਕਾਹਲੀ ਵਿੱਚ ਮੈਂ ਉਸ ਨੂੰ ਹਸਪਤਾਲ ਲੈ ਗਈ ਤਾਂ ਡਾਕਟਰ ਨੇ ਦੱਸਿਆ ਕਿ ਤੁਹਾਡੀ ਧੀ ਨੂੰ ਮਾਨਸਿਕ ਰੋਗ ਹੈ। ਹੁਣ ਉਸ ਨੂੰ ਹੋਸ਼ ਨਹੀਂ ਆਵੇਗਾ, ਉਹ ਕੋਮਾ ਵਿੱਚ ਚਲੀ ਗਈ ਹੈ। ਮੈਂ ਡਾਕਟਰ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਅਤੇ ਭਗਵਾਨ ਨੂੰ ਪ੍ਰਾਰਥਨਾ ਕਰਨ ਲਈ ਮੰਦਰ ਜਾਣ ਲੱਗੀ। ਫਿਰ ਰਸਤੇ ਵਿੱਚ ਮੈਨੂੰ ਸੜਕ ਦੇ ਕਿਨਾਰੇ ਇੱਕ ਭਿਖਾਰੀ ਮਿਲਿਆ। ਭਿਖਾਰੀ ਨੇ ਮੈਨੂੰ ਦੇਖ ਕੇ ਕਿਹਾ ਕਿ ਮੈਨੂੰ ਤੁਹਾਡੀ ਸਮੱਸਿਆ ਦਾ ਪਤਾ ਹੈ, ਤੁਸੀਂ ਕਿਸ ਮੁਸੀਬਤ ਵਿੱਚ ਫਸ ਗਏ ਹੋ। ਜੇਕਰ ਤੁਸੀਂ ਹੁਣ ਮੇਰੇ ਨਾਲ ਵਿਆਹ ਕਰਾ ਲਿਆ ਤਾਂ ਤੁਹਾਡੀਆਂ ਪਰੇਸ਼ਾਨੀਆਂ ਵੀ ਖਤਮ ਹੋ ਜਾਣਗੀਆਂ ਅਤੇ ਤੁਹਾਡੀ ਧੀ ਕੋਮਾ ਤੋਂ ਬਾਹਰ ਆ ਜਾਵੇਗੀ ਅਤੇ ਉਸ ਦਾ ਸਿਰ ਦਰਦ ਵੀ ਠੀਕ ਹੋ ਜਾਵੇਗਾ। ਮੈਂ ਆਪਣੀ ਧੀ ਪੂਜਾ ਦੀ ਖਾਤਰ ਉਸ ਭਿਖਾਰੀ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਤੁਰੰਤ ਬਾਅਦ ਪੂਜਾ ਨੂੰ ਹੋਸ਼ ਆ ਗਈ ਅਤੇ ਉਸ ਦਾ ਸਿਰ ਦਰਦ ਵੀ ਖਤਮ ਹੋ ਗਿਆ। ਮੈਂ ਦੁਲਹਨ ਬਣ ਕੇ ਕਮਰੇ ਵਿੱਚ ਬੈਠ ਗਈ, ਪਰ ਮੇਰੀ ਉਦੋਂ ਜਾਨ ਚਲੀ ਗਈ ਜਦੋਂ ਉਸ ਭਿਖਾਰੀ ਨੇ ਮੈਨੂੰ ਦੱਸਿਆ ਕਿ ਮੇਰੀ ਧੀ ਪੂਜਾ 9ਵੀਂ ਜਮਾਤ ਵਿੱਚ ਪੜ੍ਹਦੀ ਸੀ ਅਤੇ ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਉਹ ਪਹਿਲਾਂ ਮੇਰੇ ਤੋਂ ਖਾਣਾ ਮੰਗਦੀ ਸੀ। ਆਪਣੇ ਹੱਥ ਤੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਕੇ ਉਹ ਮੇਰੇ ਕੋਲ ਆਈ ਅਤੇ ਮੈਨੂੰ ਕਹਿਣ ਲੱਗੀ, ਮਾਂ ਮੈਨੂੰ ਜਲਦੀ ਭੋਜਨ ਦੇ ਦਿਓ ਅਤੇ ਮੇਰਾ ਸਿਰ ਅਜੇ ਵੀ ਬਹੁਤ ਤੇਜ਼ ਦਰਦ ਕਰ ਰਿਹਾ ਹੈ। ਮੈਂ ਪੂਜਾ ਦੇ ਸਿਰ ਦਰਦ ਤੋਂ ਥੱਕ ਗਈ ਸੀ ਅਤੇ ਸ਼ਹਿਰ ਦੇ ਸਾਰੇ ਵਧੀਆ ਡਾਕਟਰਾਂ ਨੂੰ ਦਿਖਾਇਆ ਸੀ। ਪੂਜਾ ਨੂੰ ਆਰਾਮ ਨਹੀਂ ਮਿਲ ਰਿਹਾ ਸੀ। ਉਸ ਦੀ ਦਵਾਈ ਹਮੇਸ਼ਾ ਮੇਰੇ ਕੋਲ ਮਿਲਦੀ ਸੀ। ਮੈਂ ਭੱਜ ਕੇ ਪੂਜਾ ਕੋਲ ਗਈ ਤਾਂ ਉਹ ਮੈਨੂੰ ਕਹਿਣ ਲੱਗੀ, ਮਾਂ ਮੈਨੂੰ ਲੱਗਦਾ ਹੈ ਜਿਵੇਂ ਕੋਈ ਮੇਰੇ ਸਿਰ ਵਿੱਚ ਕੁਝ ਮਾਰ ਰਿਹਾ ਹੋਵੇ। ਉਹ ਦੋਵੇਂ ਹੱਥਾਂ ਨਾਲ ਸਿਰ ਨੂੰ ਦਬਾਉਣ ਲੱਗੀ। ਉਸ ਦੀ ਹਾਲਤ ਦੇਖ ਕੇ ਮੈਂ ਉਲਝ ਗਈ। ਮੈਂ ਜਲਦੀ ਨਾਲ ਪੂਜਾ ਨੂੰ ਪਾਣੀ ਪਿਲਾਇਆ ਅਤੇ ਦਵਾਈ ਪਿਲਾਈ। ਥੋੜੀ ਦੇਰ ਬਾਅਦ ਮੈਂ ਪੂਜਾ ਨੂੰ ਪੁੱਛਿਆ ਕਿ ਹੁਣ ਉਸ ਨੂੰ ਕੁਝ ਆਰਾਮ ਮਿਲਿਆ ਹੈ। ਪੂਜਾ ਨੇ ਹਾਂ ਵਿੱਚ ਸਿਰ ਹਿਲਾਇਆ ਅਤੇ ਕਿਹਾ, ਮਾਂ ਮੈਂ ਪਹਿਲਾਂ ਨਾਲੋਂ ਬਿਹਤਰ ਹਾਂ। ਮੈਂ ਕਿਹਾ ਚਲੋ ਡਾਕਟਰ ਕੋਲ ਚੱਲੀਏ, ਪਰ ਪੂਜਾ ਨੇ ਨਾ ਵਿੱਚ ਸਿਰ ਹਿਲਾਇਆ ਅਤੇ ਕਹਿਣ ਲੱਗੀ, ਮੈਨੂੰ ਹੁਣ ਕੁਝ ਦੇਰ ਆਰਾਮ ਕਰਨ ਦਿਓ। ਇੰਨਾ ਕਹਿ ਕੇ ਉਹ ਕਮਰੇ ਵਿੱਚ ਚਲੀ ਗਈ, ਪਰ ਮੈਂ ਅਜੇ ਵੀ ਕੰਬ ਰਹੀ ਸੀ। ਮੇਰਾ ਦਿਲ ਬਹੁਤ ਦੁਖੀ ਸੀ ਕਿ ਪਤਾ ਨਹੀਂ ਮੇਰੀ ਧੀ ਨੂੰ ਕੀ ਹੋ ਗਿਆ ਹੈ। ਸ਼ਾਮ ਨੂੰ ਜਦੋਂ ਪੂਜਾ ਆਪਣੇ ਕਮਰੇ ਤੋਂ ਬਾਹਰ ਆਈ ਤਾਂ ਉਹ ਬਹੁਤ ਤਰੋ ਤਾਜ਼ਾ ਲੱਗ ਰਹੀ ਸੀ। ਉਸ ਨੂੰ ਖੁਸ਼ ਦੇਖ ਕੇ ਮੈਂ ਇੱਕ ਵਾਰ ਫਿਰ ਖੁਸ਼ ਹੋ ਗਈ। ਅਗਲੇ ਦਿਨ ਪੂਜਾ ਸਕੂਲ ਚਲੀ ਗਈ, ਪਰ ਵਾਪਸੀ ਤੇ ਉਸ ਦਾ ਸਿਰ ਦਰਦ ਹੋਣ ਲੱਗਾ ਤੇ ਮੈਂ ਉਸ ਨੂੰ ਕਿਹਾ ਡਾਕਟਰ ਕੋਲ ਚਲੀਏ, ਪਰ ਉਹ ਫੁੱਟ-ਫੁੱਟ ਕੇ ਰੋਣ ਲੱਗੀ ਅਤੇ ਕਿਹਾ ਕਿ ਜੇ ਤੁਸੀਂ ਮੈਨੂੰ ਡਾਕਟਰ ਕੋਲ ਲੈ ਜਾਓਗੇ ਤਾਂ ਤੁਸੀਂ ਮੇਰਾ ਮਰਿਆ ਹੋਇਆ ਮੂੰਹ ਦੇਖੋਗੇ। ਮੈਂ ਡਾਕਟਰ ਕੋਲ ਜਾ ਕੇ ਥੱਕ ਗਈ ਹਾਂ। ਮੈਂ ਝੱਟ ਉਸ ਨੂੰ ਦਵਾਈ ਦੇ ਦਿੱਤੀ ਅਤੇ ਕਿਹਾ ਕਿ ਤੁਸੀਂ ਕੁਝ ਦਿਨ ਸਕੂਲ ਨਾ ਜਾਓ ਅਤੇ ਘਰ ਆਰਾਮ ਕਰੋ। ਪਰ ਪੂਜਾ ਨੇ ਕਿਹਾ ਸਕੂਲ ਜਾਣਾ ਨਹੀਂ ਛੱਡਾਂਗੀ। ਮੈਨੂੰ ਇਸ ਗੱਲ ਤੇ ਗੁੱਸਾ ਆ ਗਿਆ। ਮੈਂ ਕਿਹਾ ਕਿ ਕੱਲ ਨੂੰ ਮੈਂ ਤੁਹਾਨੂੰ ਸਕੂਲ ਨਹੀਂ ਜਾਣ ਦਿਆਂਗੀ ਅਤੇ ਕਿਸੇ ਚੰਗੇ ਡਾਕਟਰ ਤੋਂ ਤੁਹਾਡਾ ਚੈੱਕਅਪ ਕਰਵਾਵਾਂਗੀ। ਉਹ ਮੇਰੀ ਗੱਲ ਸੁਣ ਕੇ ਚੁੱਪ ਹੋ ਗਈ ਅਤੇ ਅਗਲੀ ਸਵੇਰ ਉੱਠ ਕੇ ਮੈਨੂੰ ਕਹਿਣ ਲੱਗੀ, ਮਾਂ ਤੇਰੀ ਧੀ ਪੂਜਾ ਅੱਜ ਨਾਸ਼ਤਾ ਬਣਾਏਗੀ। ਉਹ ਬਹੁਤ ਵਧੀਆ ਚਾਹ ਬਣਾਉਂਦੀ ਸੀ। ਮੈਂ ਮੁਸਕਰਾਇਆ ਅਤੇ ਕਿਹਾ ਠੀਕ ਹੈ, ਅੱਜ ਤੁਸੀਂ ਨਾਸ਼ਤਾ ਬਣਾਓ, ਮੈਂ ਆਰਾਮ ਕਰ ਲਵਾਂਗੀ। ਅਤੇ ਮੈਂ ਰਸੋਈ ਵਿੱਚ ਪੂਜਾ ਦੇ ਕੋਲ ਖੜੀ ਸੀ ਅਤੇ ਨਾਸ਼ਤਾ ਬਣਾਉਂਦੇ ਸਮੇਂ ਅਚਾਨਕ ਉਹ ਬੇਹੋਸ਼ ਹੋ ਗਈ। ਪੂਜਾ ਨੂੰ ਬੇਹੋਸ਼ ਦੇਖ ਕੇ ਮੇਰੇ ਹੋਸ਼ ਉੱਡ ਗਏ ਅਤੇ ਮੈਂ ਰੌਲਾ ਪਾ ਕੇ ਪੂਰੇ ਇਲਾਕੇ ਨੂੰ ਇਕੱਠਾ ਕਰ ਲਿਆ। ਰੱਬ ਮੇਰੀ ਗੁਆਂਢੀ ਰਸ਼ਮੀ ਦਾ ਭਲਾ ਕਰੇ, ਜਿਸ ਨੇ ਐਂਬੂਲੈਂਸ ਬੁਲਾਈ ਅਤੇ ਅਸੀਂ ਪੂਜਾ ਨੂੰ ਹਸਪਤਾਲ ਲੈ ਗਏ। ਇਹ ਸਮਾਂ ਬਹੁਤ ਔਖਾ ਨਿਕਲਿਆ, ਪਰ ਇਹ ਸਭ ਤੋਂ ਵੱਧ ਔਖਾ ਸਮਾਂ ਉਹ ਸੀ ਜਦੋਂ ਡਾਕਟਰ ਨੇ ਕਿਹਾ ਕਿ ਤੁਹਾਡੀ ਬੇਟੀ ਕੋਮਾ ਵਿੱਚ ਚਲੀ ਗਈ ਹੈ। ਅਸੀਂ ਇਸ ਬਾਰੇ ਹੁਣ ਕੁਝ ਨਹੀਂ ਕਹਿ ਸਕਦੇ। ਕੋਮਾ ਵਾਲੇ ਮਰੀਜ਼ਾਂ ਨੂੰ ਕਈ ਸਾਲਾਂ ਬਾਅਦ ਵੀ ਹੋਸ਼ ਨਹੀਂ ਆਉਂਦੀ। ਉਹ ਜਿਉਂਦੀ ਲਾਸ਼ ਵਾਂਗ ਮੰਜੇ ਤੇ ਪਏ ਰਹਿੰਦੇ ਹਨ। ਇਹ ਸੁਣ ਕੇ ਮੈਂ ਕੰਬਣ ਲੱਗੀ।
ਇਹ ਸੁਣ ਕੇ ਮੈਂ ਕੰਬਣ ਲੱਗੀ। ਮੇਰੀ ਹਾਲਤ ਦੇਖ ਕੇ ਡਾਕਟਰ ਨੇ ਮੇਰੇ ਮੋਢੇ ਨੂੰ ਥਪਥਪਾਇਆ ਅਤੇ ਕਿਹਾ ਕਿ ਤੁਸੀਂ ਆਪਣੀ ਧੀ ਲਈ ਪ੍ਰਾਰਥਨਾ ਕਰੋ, ਕਿਉਂਕਿ ਸਿਰਫ ਰੱਬ ਹੀ ਉਸ ਨੂੰ ਬਚਾ ਸਕਦਾ ਹੈ। ਕੇਵਲ ਪਰਮਾਤਮਾ ਹੀ ਸਭ ਤੋਂ ਵੱਡੀ ਮੁਸੀਬਤ ਨੂੰ ਟਾਲ ਸਕਦਾ ਹੈ। ਇਹ ਕਹਿ ਕੇ ਡਾਕਟਰ ਅੱਗੇ ਵਧ ਗਿਆ। ਭਾਵੇਂ ਮੈਂ ਹਿੰਮਤ ਹਾਰ ਗਈ ਸੀ, ਮੈਂ ਆਪਣੀ ਧੀ ਕੋਲ ਬੈਠੀ ਬਹੁਤ ਦੇਰ ਤੱਕ ਰੋਈ। ਮੈਨੂੰ ਕੋਈ ਹੋਸ਼ ਨਹੀਂ ਸੀ। ਕਾਫੀ ਸਮਾਂ ਬੀਤਣ ਤੋਂ ਬਾਅਦ ਇੱਕ ਨਰਸ ਨੇ ਆ ਕੇ ਮੈਨੂੰ ਦਿਲਾਸਾ ਦਿੱਤਾ ਕਿ ਤੂੰ ਰੋਣਾ, ਬਸ ਰੱਬ ਅੱਗੇ ਅਰਦਾਸ ਕਰ। ਅਰਦਾਸ ਕਰਨ ਨਾਲ ਤੁਹਾਡੀ ਬੇਟੀ ਜਲਦੀ ਠੀਕ ਹੋ ਜਾਵੇਗੀ। ਮੈਂ ਆਪਣੀ ਧੀ ਦੀ ਚੰਗੀ ਸਿਹਤ ਲਈ ਰੱਬ ਅੱਗੇ ਅਰਦਾਸ ਕਰ ਰਹੀ ਸੀ। ਕੁਝ ਦੇਰ ਬਾਅਦ ਮੈਂ ਹਸਪਤਾਲ ਤੋਂ ਬਾਹਰ ਆਈ ਅਤੇ ਬਹੁਤ ਧਿਆਨ ਨਾਲ ਸਭ ਕੁਝ ਦੇਖ ਰਹੀ ਸੀ। ਦੁਨੀਆ ਦੀ ਹਰ ਚੀਜ਼ ਸਮੇਂ ਅਨੁਸਾਰ ਚੱਲ ਰਹੀ ਸੀ, ਪਰ ਮੇਰੀ ਜ਼ਿੰਦਗੀ ਬਸ ਇੱਕ ਬਿੰਦੂ ਤੇ ਰੁਕ ਗਈ। ਫਿਰ ਇੱਕ ਭਿਖਾਰੀ ਮੇਰੇ ਕੋਲ ਆਇਆ। ਜਦੋਂ ਮੈਂ ਕੁਝ ਪੈਸੇ ਦੇਣ ਲਈ ਆਪਣੇ ਪਰਸ ਵਿੱਚੋਂ ਪੈਸੇ ਕੱਢੇ ਤਾਂ ਉਸਨੇ ਇਹ ਪੁੱਛਿਆ ਕਿ ਮੈਂ ਪਰੇਸ਼ਾਨ ਕਿਉਂ ਹਾਂ। ਫਿਰ ਮੈਂ ਭਿਖਾਰੀ ਨੂੰ ਦੱਸਿਆ ਕਿ ਮੇਰੀ ਧੀ ਹਸਪਤਾਲ ਵਿੱਚ ਲਾਸ਼ ਵਾਂਗ ਪਈ ਹੈ। ਉਹ ਮੁਸਕਰਾ ਕੇ ਬੋਲਿਆ, ਬਸ ਐਨੀ ਹੀ ਗੱਲ ਹੈ। ਉਸਨੇ ਇਹ ਗੱਲ ਇੰਨੇ ਆਰਾਮ ਨਾਲ ਕਹੀ ਸੀ ਕਿ ਮੈਂ ਉਸਦੇ ਮੂੰਹ ਵੱਲ ਦੇਖਦੀ ਰਹਿ ਗਈ। ਉਸ ਭਿਖਾਰੀ ਨੇ ਮੈਨੂੰ ਕਿਹਾ, ਮੇਰੇ ਕੋਲ ਤੁਹਾਡੀ ਸਮੱਸਿਆ ਦਾ ਹੱਲ ਹੈ। ਮੈਂ ਬੇਸਮਝੀ ਨਾਲ ਉਸ ਵੱਲ ਦੇਖਦੀ ਰਹੀ। ਉਸਨੇ ਮੈਨੂੰ ਕਿਹਾ, ਜੇਕਰ ਤੁਸੀਂ ਮੇਰੇ ਨਾਲ ਵਿਆਹ ਕਰਵਾ ਲਓ ਅਤੇ ਜਦੋਂ ਤੱਕ ਤੁਸੀਂ ਵਿਆਹ ਕਰਵਾ ਕੇ ਵਾਪਸ ਆ ਜਾਓਗੇ ਤਾਂ ਤੁਹਾਡੀ ਲੜਕੀ ਬਿਲਕੁਲ ਠੀਕ ਹੋ ਜਾਵੇਗੀ। ਉਸਦਾ ਸਿਰ ਦਰਦ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ। ਭਿਖਾਰੀ ਦੀਆਂ ਇਹ ਗੱਲਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਮੈਂ ਮੰਗਤੇ ਨੂੰ ਆਪਣੀ ਧੀ ਦੇ ਸਿਰ ਦਰਦ ਬਾਰੇ ਨਹੀਂ ਦੱਸਿਆ ਸੀ। ਮੈਂ ਭਿਖਾਰੀ ਦੀ ਗੱਲ ਤੇ ਵਿਸ਼ਵਾਸ ਕਰਨਾ ਚਾਹੁੰਦੀ ਸੀ ਅਤੇ ਉਸ ਨੂੰ ਪੁੱਛਿਆ ਕਿ ਤੁਸੀਂ ਇੰਨੇ ਭਰੋਸੇ ਨਾਲ ਇਹ ਕਿਵੇਂ ਕਹਿ ਸਕਦੇ ਹੋ। ਭਿਖਾਰੀ ਨੇ ਮੈਨੂੰ ਦੱਸਿਆ ਕਿ ਮੈਂ ਕੰਮ ਕਰਨ ਤੋਂ ਪਹਿਲਾਂ ਵੱਡੇ ਦਾਅਵੇ ਨਹੀਂ ਕਰ ਸਕਦਾ। ਜੇਕਰ ਤੁਹਾਨੂੰ ਇਸ ਬਾਰੇ ਯਕੀਨ ਨਹੀਂ ਹੈ ਤਾਂ ਤੁਸੀਂ ਮੈਨੂੰ ਅਜ਼ਮਾ ਕੇ ਦੇਖ ਸਕਦੇ ਹੋ। ਮੈਂ ਇੱਕ ਪਲ ਵੀ ਨਹੀਂ ਲਾਇਆ ਅਤੇ ਉਸ ਭਿਖਾਰੀ ਨੂੰ ਕਿਹਾ, ਮੈਨੂੰ ਆਪਣੇ ਨਾਲ ਲੈ ਜਾਓ, ਮੈਂ ਹੁਣੇ ਤੁਹਾਡੇ ਨਾਲ ਵਿਆਹ ਕਰਾਂਗੀ। ਭਿਖਾਰੀ ਅੱਗੇ ਤੁਰਨ ਲੱਗਾ ਤੇ ਮੈਂ ਉਸਦੇ ਪਿੱਛੇ ਤੁਰ ਪਈ। ਮੈਂ ਸੋਚ ਰਹੀ ਸੀ ਕਿ ਜੇਕਰ ਇਸ ਭਿਖਾਰੀ ਦੀ ਗੱਲ ਸਹੀ ਹੈ ਅਤੇ ਮੇਰੀ ਧੀ ਸਹੀ ਹੋ ਜਾਂਦੀ ਹੈ ਤਾਂ ਮੈਂ ਇਸ ਭਿਖਾਰੀ ਨੂੰ ਆਪਣਾ ਪਤੀ ਮੰਨ ਲਵਾਂਗੀ। ਮੈਂ ਇਸ ਨੂੰ ਆਪਣੇ ਸਿਰ ਉੱਤੇ ਬਿਠਾ ਕੇ ਰੱਖਾਂਗੀ। ਉਹ ਮੈਨੂੰ ਇੱਕ ਮੰਦਿਰ ਵਿੱਚ ਲੈ ਗਿਆ ਅਤੇ ਉਸਨੇ ਉੱਥੇ ਦੇ ਪੁਜਾਰੀ ਨੂੰ ਕਿਹਾ ਕਿ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਉੱਥੋਂ ਦੇ ਪੰਡਿਤ ਜੀ ਨੇ ਮੇਰੇ ਵੱਲ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਿਆ, ਜਿਵੇਂ ਉਹ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋਣ ਕਿ ਮੈਂ ਪਾਗਲ ਹਾਂ ਕਿ ਮੈਂ ਇਸ ਭਿਖਾਰੀ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਈ ਹਾਂ, ਕਿਉਂਕਿ ਮੇਰੇ ਵਰਗੀ ਸੋਹਣੀ ਔਰਤ ਕਿਸੇ ਭਿਖਾਰੀ ਨਾਲ ਕਿਵੇਂ ਵਿਆਹ ਕਰ ਸਕਦੀ ਹੈ। ਇਹ ਸਿਰਫ ਇੱਕ ਹਾਦਸਾ ਸੀ। ਖੈਰ, ਪੰਡਿਤ ਜੀ ਨੇ ਬਿਨਾਂ ਸਮਾਂ ਬਰਬਾਦ ਕੀਤੇ ਮੇਰਾ ਵਿਆਹ ਇੱਕ ਭਿਖਾਰੀ ਨਾਲ ਕਰਵਾ ਦਿੱਤਾ। ਜਦੋਂ ਮੇਰਾ ਵਿਆਹ ਹੋਇਆ ਤਾਂ ਮੰਗਤੇ ਨੇ ਮੈਨੂੰ ਹਸਪਤਾਲ ਦੇ ਬਾਹਰ ਛੱਡ ਦਿੱਤਾ ਅਤੇ ਮੈਨੂੰ ਕਿਹਾ ਕਿ ਅੰਦਰ ਜਾ ਕੇ ਵੇਖ, ਤੁਹਾਡੀ ਬੇਟੀ ਹੁਣ ਬਿਲਕੁਲ ਠੀਕ ਹੈ ਅਤੇ ਮੈਨੂੰ ਕਿਹਾ ਕਿ ਮੈਂ ਸ਼ਾਮ ਨੂੰ ਤੁਹਾਡੇ ਘਰ ਆਵਾਂਗਾ। ਮੈਨੂੰ ਤੁਹਾਡੇ ਘਰ ਦਾ ਐਡਰੈਸ ਪਤਾ ਹੈ। ਇਸ ਬਾਰੇ ਸੁਣ ਕੇ ਮੈਂ ਵੀ ਬਹੁਤ ਹੈਰਾਨ ਅਤੇ ਪਰੇਸ਼ਾਨ ਹੋਈ। ਮੈਂ ਉਸ ਭਿਖਾਰੀ ਨੂੰ ਕੁਝ ਨਹੀਂ ਕਿਹਾ ਅਤੇ ਮੈਂ ਹਸਪਤਾਲ ਦੇ ਅੰਦਰ ਚਲੀ ਗਈ, ਕਿਉਂਕਿ ਉਸ ਸਮੇਂ ਮੇਰੇ ਪਤੀ ਦੀ ਇੱਕੋ ਇੱਕ ਨਿਸ਼ਾਨੀ ਜੋ ਮੇਰੇ ਲਈ ਸਭ ਤੋਂ ਮਹੱਤਵਪੂਰਨ ਸੀ, ਉਹ ਮੇਰੀ ਧੀ ਸੀ। ਜਿਵੇਂ ਹੀ ਮੈਂ ਹਸਪਤਾਲ ਦੇ ਅੰਦਰ ਪਹੁੰਚੀ, ਇੱਕ ਨਰਸ ਮੇਰੇ ਕੋਲ ਦੌੜਦੀ ਆਈ ਅਤੇ ਮੈਨੂੰ ਪੁੱਛਿਆ ਕਿ ਤੁਸੀਂ ਕਿੱਥੇ ਗਏ ਸੀ? ਅਸੀਂ ਤੁਹਾਨੂੰ ਲੱਭਦੇ ਹੋਏ ਪੂਰਾ ਹਸਪਤਾਲ ਛਾਣ ਮਾਰਿਆ। ਮੈਂ ਕਿਹਾ ਕਿ ਕਿਉਂ, ਸਭ ਕੁਝ ਠੀਕ ਹੈ? ਨਰਸ ਨੇ ਹਾਂ ਵਿੱਚ ਸਿਰ ਹਿਲਾਇਆ ਅਤੇ ਕਿਹਾ ਕਿ ਤੁਹਾਡੀ ਬੇਟੀ ਨੂੰ ਹੋਸ਼ ਆ ਗਿਆ ਹੈ। ਨਰਸ ਨੇ ਮੈਨੂੰ ਕਿਹਾ, ਤੁਹਾਡੀ ਬੇਟੀ ਨੂੰ ਨਾ ਸਿਰਫ ਹੋਸ਼ ਆਈ ਹੈ, ਸਗੋਂ ਉਸ ਦਾ ਦਿਮਾਗ ਵੀ ਪਹਿਲਾਂ ਵਾਂਗ ਕੰਮ ਕਰਨ ਲੱਗ ਪਿਆ ਹੈ। ਉਸ ਨੂੰ ਸਭ ਕੁਝ ਯਾਦ ਆ ਗਿਆ ਹੈ। ਤੁਸੀਂ ਜਾ ਕੇ ਆਪਣੀ ਧੀ ਨੂੰ ਮਿਲੋ। ਮੈਂ ਭੱਜ ਕੇ ਆਪਣੀ ਧੀ ਕੋਲ ਗਈ ਤਾਂ ਉਹ ਮੰਜੇ ਤੇ ਬੈਠੀ ਮੁਸਕਰਾਉਂਦੀ ਹੋਈ ਮੇਰੇ ਨਾਲ ਗੱਲਾਂ ਕਰਨ ਲੱਗੀ। ਕਿੱਥੇ ਚਲੀ ਗਈ ਸੀ ਮਾਂ? ਮੈਂ ਕਿਹਾ, ਮੈਂ ਇੱਥੇ ਹੀ ਸੀ। ਹੁਣ ਚਿੰਤਾ ਨਾ ਕਰੋ, ਹੁਣ ਮੈਂ ਆ ਗਈ ਹਾਂ। ਮੈਂ ਤੈਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ। ਹੁਣ ਮੈਂ ਤੁਹਾਡੇ ਨਾਲ ਹਾਂ। ਡਾਕਟਰ ਨੇ ਅਜੇ ਤੱਕ ਮੇਰੀ ਧੀ ਨੂੰ ਛੁੱਟੀ ਨਹੀਂ ਦਿੱਤੀ ਹੈ। ਉਹਨਾਂ ਕਿਹਾ ਕਿ ਹੁਣ ਅਸੀਂ ਇਸ ਨੂੰ ਇੱਕ ਦਿਨ ਹੋਰ ਆਪਣੇ ਕੋਲ ਰੱਖਾਂਗੇ ਅਤੇ ਦੇਖਾਂਗੇ ਕਿ ਇਸ ਦੀ ਸਿਹਤ ਦੁਬਾਰਾ ਨਾ ਵਿਗੜ ਜਾਵੇ। ਮੈਂ ਉਸ ਦੀ ਸਲਾਹ ਮੰਨ ਲਈ, ਕਿਉਂਕਿ ਮੈਂ ਵੀ ਭਿਖਾਰੀ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰਨਾ ਸੀ। ਇਸ ਲਈ ਮੈਂ ਉਸ ਨੂੰ ਆਪਣੀ ਧੀ ਦੀ ਚੰਗੀ ਦੇਖਭਾਲ ਕਰਨ ਲਈ ਕਹਿ ਕੇ ਘਰ ਵਾਪਸ ਚਲੀ ਗਈ।
ਮੈਂ ਥੋੜੀ ਦੇਰ ਲਈ ਘਰ ਜਾ ਰਹੀ ਹਾਂ। ਮੈਨੂੰ ਹੁਣ ਉਸ ਭਿਖਾਰੀ ਦੇ ਜਾਦੂ ਤੇ ਵਿਸ਼ਵਾਸ ਹੋ ਗਿਆ ਸੀ। ਯਕੀਨਨ ਉਹ ਰੱਬ ਦਾ ਸੱਚਾ ਭਗਤ ਸੀ ਅਤੇ ਮੈਂ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਸੀ। ਮੇਰੇ ਦਿਲ ਵਿੱਚ ਇਹ ਡਰ ਸੀ ਕਿ ਕਿਤੇ ਉਹ ਮੇਰੇ ਨਾਲ ਨਾਰਾਜ਼ ਨਾ ਹੋ ਜਾਵੇ ਅਤੇ ਮੇਰੀ ਧੀ ਦੁਬਾਰਾ ਤੋਂ ਕੋਮਾ ਵਿੱਚ ਨਾ ਚਲੀ ਜਾਵੇ। ਮੈਂ ਘਰ ਵਾਪਸ ਆਈ ਅਤੇ ਆਪਣੇ ਬੈਗ ਵਿੱਚੋਂ ਇੱਕ ਕੀਮਤੀ ਜੋੜਾ ਕੱਢਿਆ ਅਤੇ ਉਸ ਨੂੰ ਜੱਫੀ ਪਾ ਕੇ ਰੋ ਪਈ। ਮੈਂ ਸੁਪਨੇ ਵਿੱਚ ਵੀ ਕਦੇ ਨਹੀਂ ਸੋਚਿਆ ਸੀ ਕਿ ਮੈਂ ਇਸ ਜੋੜੇ ਨੂੰ ਦੁਬਾਰਾ ਪਹਿਨਾਂਗੀ, ਕਿਉਂਕਿ ਮੈਂ ਆਪਣਾ ਸਾਰਾ ਜੀਵਨ ਆਪਣੇ ਪਤੀ ਨੂੰ ਸਮਰਪਿਤ ਕੀਤਾ ਸੀ। ਮੇਰਾ ਪਤੀ ਬਹੁਤ ਚੰਗਾ ਇਨਸਾਨ ਸੀ। ਮੈਨੂੰ ਨਹੀਂ ਲੱਗਦਾ ਕਿ ਉਸਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਕਿਸੇ ਨੂੰ ਦੁਖੀ ਕੀਤਾ ਸੀ। ਪਰ ਅੱਜ ਮੇਰੇ ਪਤੀ ਦੀ ਆਤਮਾ ਮੈਨੂੰ ਕਿਸੇ ਹੋਰ ਨਾਲ ਦੇਖੇਗੀ ਤਾਂ ਯਕੀਨਨ ਉਸਦੀ ਆਤਮਾ ਨੂੰ ਵੀ ਬਹੁਤ ਦੁੱਖ ਹੋਵੇਗਾ। ਪਰ ਮੈਂ ਵੀ ਬੇਵਸ ਸੀ। ਮੈਂ ਦੁਲਹਨ ਵਾਂਗ ਸਜ ਕੇ ਬੈਠ ਗਈ। ਜਦੋਂ ਕਮਰੇ ਦਾ ਦਰਵਾਜ਼ਾ ਖੜਕਿਆ ਤਾਂ ਮੈਨੂੰ ਪਤਾ ਹੀ ਸੀ ਕਿ ਉਹ ਭਿਖਾਰੀ ਹੀ ਹੋਵੇਗਾ, ਪਰ ਮੈਂ ਇਹ ਸਭ ਆਪਣੀ ਧੀ ਲਈ ਕਰ ਰਹੀ ਸੀ। ਫਿਰ ਕੁਝ ਦੇਰ ਬਾਅਦ ਭਿਖਾਰੀ ਮੇਰੇ ਕਮਰੇ ਵਿੱਚ ਦਾਖਲ ਹੋਇਆ, ਪਰ ਜਿਸ ਰੂਪ ਵਿੱਚ ਉਹ ਭਿਖਾਰੀ ਮੇਰੇ ਕਮਰੇ ਵਿੱਚ ਆਇਆ, ਉਸ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੇਰਾ ਦਿਲ ਚਾਹੁੰਦਾ ਸੀ ਕਿ ਇਹ ਧਰਤੀ ਫਟ ਜਾਵੇ ਅਤੇ ਮੈਂ ਇਸ ਵਿੱਚ ਸਮਾ ਜਾਵਾਂ, ਕਿਉਂਕਿ ਇਹ ਭਿਖਾਰੀ ਤਾਂ ਮੇਰਾ ਉਹ ਹੈ। ਸੱਚ ਜਾਣਨ ਲਈ ਤੁਹਾਨੂੰ ਮੇਰੀ ਕਹਾਣੀ ਪੂਰੀ ਸੁਣਨੀ ਪਵੇਗੀ। ਮੇਰਾ ਨਾਮ ਰਾਣੀ ਹੈ ਅਤੇ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮੈਂ ਕਾਲਜ ਵਿੱਚ ਪੜ੍ਹਦੀ ਸੀ। ਮੈਂ ਬਹੁਤ ਵੱਡੇ ਸੁਪਨੇ ਸਜਾਏ ਸੀ। ਮੈਨੂੰ ਲੋਕਾਂ ਦੀ ਮਦਦ ਕਰਨ ਦਾ ਬਹੁਤ ਸ਼ੌਕ ਸੀ। ਮੈਂ ਸੋਚਿਆ ਸੀ ਕਿ ਜਿਵੇਂ ਹੀ ਮੈਂ ਆਪਣੀ ਪੜ੍ਹਾਈ ਪੂਰੀ ਕਰਾਂਗੀ, ਮੈਂ ਗਰੀਬ ਲੋਕਾਂ ਦੀ ਸੇਵਾ ਲਈ ਇੱਕ NGO ਖੋਲਾਂਗੀ। ਪਰ ਮੇਰੇ ਸੁਪਨੇ ਅਧੂਰੇ ਹੀ ਰਹਿ ਗਏ ਕਿਉਂਕਿ ਰਾਹੁਲ ਦਾ ਰਿਸ਼ਤਾ ਮੇਰੇ ਲਈ ਆ ਗਿਆ ਸੀ। ਰਾਹੁਲ ਦਾ ਪਰਿਵਾਰ ਚੰਗਾ ਖਾਣ ਪੀਣ ਵਾਲਾ ਸੀ, ਮੁੰਡਾ ਵੀ ਚੰਗਾ ਸੀ। ਇਸੇ ਕਰਕੇ ਮੇਰੇ ਪਰਿਵਾਰ ਵਾਲੇ ਇਸ ਰਿਸ਼ਤੇ ਲਈ ਰਾਜ਼ੀ ਹੋ ਗਏ ਤੇ ਮੇਰੇ ਮਾਤਾ ਪਿਤਾ ਨੇ ਇਹ ਫਰਮਾਨ ਜਾਰੀ ਕੀਤਾ ਸੀ ਕਿ ਮੇਰਾ ਵਿਆਹ ਰਾਹੁਲ ਨਾਲ ਹੀ ਹੋਵੇਗਾ। ਇਹ ਸੁਣ ਕੇ ਮੈਂ ਫੁੱਟ ਕੇ ਰੋਣ ਲੱਗ ਪਈ। ਮੈਂ ਆਪਣੇ ਪਿਤਾ ਨੂੰ ਕਿਹਾ, ਮੇਰੇ ਸੁਪਨਿਆਂ ਦਾ ਕੀ ਹੋਵੇਗਾ? ਮੈਂ ਸਿਰਫ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਸੀ। ਪਿਤਾ ਜੀ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਬੇਟਾ, ਤੂੰ ਆਪਣੇ ਸਹੁਰੇ ਤੇ ਪਤੀ ਦਾ ਖਿਆਲ ਰੱਖ, ਤੈਨੂੰ ਇਸ ਦਾ ਫਲ ਮਿਲੇਗਾ। ਜੋ ਵੀ ਸੀ, ਮੈਂ ਆਪਣੇ ਪਿਤਾ ਦੀਆਂ ਗੱਲਾਂ ਤੋਂ ਇਨਕਾਰ ਨਹੀਂ ਕਰ ਸਕਦੀ ਸੀ। ਇਸ ਲਈ ਮੈਂ ਰਾਹੁਲ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਈ ਸੀ ਅਤੇ ਰਾਹੁਲ ਦੀ ਦੁਲਹਨ ਬਣ ਕੇ ਉਸਦੇ ਘਰ ਆਈ ਸੀ। ਮੇਰਾ ਪਤੀ ਬਹੁਤ ਹੀ ਨੇਕ ਇਨਸਾਨ ਸੀ। ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਅਤੇ ਹਰ ਸਮੇਂ ਮੇਰਾ ਖਿਆਲ ਰੱਖਦਾ ਸੀ। ਜ਼ਿੰਦਗੀ ਚੰਗੀ ਲੱਗਣ ਲੱਗੀ, ਪਰ ਕੁਝ ਦਿਨਾਂ ਬਾਅਦ ਰਾਹੁਲ ਦਾ ਛੋਟਾ ਭਰਾ ਸਾਮ ਪਤਾ ਨਹੀਂ ਕਿੱਥੋਂ ਆ ਗਿਆ। ਸਾਮ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਦੇਖਦਾ ਸੀ। ਜੇ ਮੈਂ ਕੋਈ ਕੰਮ ਕਰਦੀ ਤਾਂ ਉਹ ਮੈਨੂੰ ਦੇਖਦਾ ਰਹਿੰਦਾ। ਉਹ ਮੇਰੇ ਪਤੀ ਨਾਲ ਲੜਦਾ ਵੀ ਰਹਿੰਦਾ ਸੀ। ਮੈਨੂੰ ਅਹਿਸਾਸ ਹੋਇਆ ਕਿ ਜਦੋਂ ਵੀ ਮੈਂ ਰਸੋਈ ਵਿੱਚ ਇਕੱਲੀ ਕੰਮ ਕਰਦੀ ਸੀ ਤਾਂ ਸਾਮ ਕਿਸੇ ਨਾ ਕਿਸੇ ਬਹਾਨੇ ਉੱਥੇ ਆ ਜਾਂਦਾ ਸੀ। ਉਹ ਸ਼ਾਇਦ ਮੈਨੂੰ ਕੁਝ ਕਹਿਣਾ ਚਾਹੁੰਦਾ ਸੀ। ਮੈਂ ਸਾਮ ਦੀ ਗੱਲ ਸੁਣ ਵੀ ਲੈਂਦੀ ਜੇਕਰ ਮੈਨੂੰ ਉਸ ਦੀਆਂ ਅੱਖਾਂ ਵਿੱਚ ਕੁਝ ਅਜੀਬ ਨਾ ਲੱਗਦਾ। ਇਸ ਲਈ ਜਿਵੇਂ ਹੀ ਸਾਮ ਰਸੋਈ ਵਿੱਚ ਦਾਖਲ ਹੁੰਦਾ, ਮੈਂ ਉੱਥੋਂ ਚਲੀ ਜਾਂਦੀ। ਮੈਂ ਇਸ ਬਿੱਲੀ ਅਤੇ ਚੂਹੇ ਦੀ ਖੇਡ ਤੋਂ ਥੱਕ ਗਈ ਸੀ। ਇਸ ਲਈ ਮੈਂ ਇਹ ਗੱਲ ਆਪਣੇ ਪਤੀ ਰਾਹੁਲ ਨੂੰ ਦੱਸੀ। ਜਦੋਂ ਰਾਹੁਲ ਨੇ ਮੇਰੀ ਗੱਲ ਸੁਣੀ ਤਾਂ ਉਹ ਬਹੁਤ ਘਬਰਾ ਗਿਆ ਅਤੇ ਮੇਰਾ ਹੱਥ ਫੜ ਕੇ ਕਿਹਾ ਕਿ ਪਤਾ ਨਹੀਂ ਮੇਰਾ ਭਰਾ ਸਾਮ ਇੰਨਾ ਘਟੀਆ ਵਰਤਾਓ ਕਿਉਂ ਕਰ ਰਿਹਾ ਹੈ। ਪਤਾ ਨਹੀਂ ਉਹ ਕੀ ਸੋਚ ਰਿਹਾ ਹੈ। ਰਾਣੀ, ਤੁਹਾਨੂੰ ਮੇਰੇ ਸਿਰ ਦੀ ਕਸਮ ਕਿ ਤੁਸੀਂ ਕਦੇ ਵੀ ਸਾਮ ਦੀਆਂ ਗੱਲਾਂ 'ਚ ਨਾ ਫਸਿਓ। ਮੈਂ ਰਾਹੁਲ ਨਾਲ ਵਾਅਦਾ ਕੀਤਾ ਅਤੇ ਉਸ ਨੂੰ ਆਪਣੀ ਵਫਾਦਾਰੀ ਦਾ ਭਰੋਸਾ ਵੀ ਦਿੱਤਾ। ਉਸ ਦਿਨ ਤੋਂ ਮੈਂ ਹਮੇਸ਼ਾ ਸਾਮ ਨਾਲ ਸਖਤ ਲਹਿਜੇ ਵਿੱਚ ਗੱਲ ਕਰਦੀ ਸੀ। ਕਈ ਵਾਰ ਉਹ ਮੇਰੇ ਵੱਲ ਵੀ ਦੇਖਦਾ ਤਾਂ ਮੈਂ ਉਸ ਵੱਲ ਘੂਰ ਕੇ ਦੇਖਦੀ। ਹੁਣ ਮੇਰੀ ਸੱਸ ਨੂੰ ਵੀ ਇਹ ਗੱਲ ਪਤਾ ਲੱਗ ਗਈ ਸੀ, ਪਰ ਉਸਨੇ ਮੈਨੂੰ ਕਦੇ ਕੁਝ ਨਹੀਂ ਪੁੱਛਿਆ। ਸ਼ਾਇਦ ਉਹ ਆਪਣੇ ਪੁੱਤਰ ਦੇ ਮੇਰੇ ਪ੍ਰਤੀ ਪਿਆਰ ਕਾਰਨ ਸਭ ਕੁਝ ਬਰਦਾਸ਼ਤ ਕਰ ਰਹੀ ਸੀ ਅਤੇ ਉਸ ਵਿੱਚ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿਣ ਦੀ ਹਿੰਮਤ ਨਹੀਂ ਸੀ। ਫਿਰ ਇੱਕ ਦਿਨ ਅਚਾਨਕ ਮੇਰੀ ਸੱਸ ਦੇ ਜਵਾਨ ਪੁੱਤਰ ਸਾਮ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ। ਮੈਨੂੰ ਉਸ ਦੀ ਮੌਤ ਦਾ ਬਹੁਤ ਦੁੱਖ ਹੋਇਆ, ਪਰ ਸਾਮ ਦੀ ਮੌਤ ਤੋਂ ਬਾਅਦ ਮੇਰੀ ਜ਼ਿੰਦਗੀ 'ਚ ਸ਼ਾਂਤੀ ਆ ਗਈ। ਮੈਂ ਜਿੰਨਾ ਚਿਰ ਚਾਹਾਂ ਆਪਣੇ ਘਰ ਰਹਿ ਸਕਦੀ ਸੀ। ਸਾਰਾ ਸਮਾਂ ਬੀਤ ਗਿਆ। ਮੈਂ ਅਤੇ ਰਾਹੁਲ ਨੇ ਕਈ ਚੰਗੇ ਦਿਨ ਇਕੱਠੇ ਬਿਤਾਏ ਸਨ, ਮਗਰ ਰਾਹੁਲ 5 ਸਾਲਾਂ ਬਾਅਦ ਇਸ ਸੰਸਾਰ ਨੂੰ ਛੱਡ ਗਏ। ਉਸ ਸਮੇਂ ਮੈਂ ਬਹੁਤ ਛੋਟੀ ਸੀ।
मैं सुंदर सी इसलिए बहुत सारे रिश्ते आए, पर मैं ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। मैं अपनी बाकी दी जिंदगी अपने पति ਨੂੰ समर्पित कर ਦਿੱਤੀ ਸੀ ਅਤੇ ਉਸ ਦੀ ਬੇਟੀ ਦੀ ਦੇਖਭਾਲ ਕਰਨ ਦਾ ਵਾਅਦਾ ਕੀਤਾ ਸੀ। मैं अपनी ਧੀ ਨੂੰ ਫੁੱਲਾਂ ਵਾਂਗ ਪਾਲਿਆ ਕਿ ਮੇਰੀ ਧੀ ਮੇਰੀ ਜ਼ਿੰਦਗੀ ਦੀ ਇੱਕੋ ਇੱਕ ਖੁਸ਼ੀ ਬਣ ਗਈ ਸੀ। फिर अचानक उस नाल ਇਹ हादसा वापर गया। मैनू इस भिखारी नाल विआह करना पिया, पर यह भिखारी कोई होर नहीं सगों मेरा अपना दियोर साम सी। हुण जदों ये भिखारी नहा धो के साफ सुथरे कपड़ियां विच मेरे सामने आया तां मैं उसनू पछाणन विच एक मिनट भी नहीं लाया अते मैं पछाण लिया कि ये मेरा दियोर साम है। सामने मेरे सामने लिफाफा रख दिता। जदों मैं इस लिफाफे नू खोलिया तां मैनू इस विच अजिहियां चीज़ां नजर आईयां जिसनू देख के मेरा सिर चकरा गया अते मैं साम नू कह लगी कि साम तू तां मर गया सी। मैं चाहुंदी हां कि तू हमेशा लई मर जांदा अते मेरे दिल नू ठेस पहुंचाउण लई कदे वापस ना आउंदा। साम दीआं अखां हंझुआं नाल भर गईयां। उसने कहा, राणी मैनू पता है तुसी मैनू बहुत नफरत करदे हो, पर मैं तुहानू अपने बारे सब कुछ दसना चाहुंदा हां। मेरे दिल तो बोझ दूर करना चाहुंदा हां, इसे लई अज मैं तुहाडे सामने खड़ा हां। तुसी पहला कदे मेरी गल नहीं सुनी, पर अज मैनू कहण दा मौका दिओ। मैं कहा, जो कहना है कह दिओ। सामने कहा, मैं अपनी जिंदगी च कई मुश्किलां देखियां हन। मैं हमेशा प्यार लई तरसदा रहा हां। मेरी मां हमेशा मेरे वड्डे भरा राहुल नू मेरे नालों वध प्यार करदी सी। मैं उन्हां लई कुछ भी नहीं सी। मैं अपने पिता नू हमेशा प्यारा सी, पर जदों उन्हां दा देहांत हो गया मैं पूरी दुनिया विच इकल्ला हो गया। उस तो बाद मैं अपने स्कूल विच दोस्ती कर ली। मैं अक्सर अपने दोस्तां दे घर जांदा रहिंदा सी अते उन्हां दे भैण भरा मेरे भैण भरा बन गए सी। जिवें असीं वड्डे होए अते मैं अपने पैरां ते खड़ा हो गया अते काम करना शुरू कर दिता। एक दिन मेरे दोस्त नू किसे काम लई दूजे शहर जाना पिया तां उसने मैनू अपनी भैण नू कालेज तो लैके आउण लई कहा। जदों मैं उसदी भैण नू कालेज तो लैण गया तां एक दिन मेरी नज़र तेरे उत्ते पई। राणी मैनू पहली नज़र विच ही तेरे नाल प्यार हो गया। मैं बड़ी मुश्किल नाल तुहाडे बारे जाणिया अते अपनी मां नू तुहाडे बारे दस्सिया। उन्हां नू कहा कि ओ मेरे लई तुहाडा रिश्ता मंगण, पर उन्हां दिनां विच मेरी बदली इलाहाबाद हो गई अते जदों मैं 2 महीनिਆਂ बाद उथों वापस आया तां मैं तुहानू अपने घर विच देखिया। मेरी हैरानी दी हद ना रही। मैं मां नू कहा कि तुसी मैनू दसे बिना राहुल दा विआह राणी नाल कर दिता, ओ भी उस कुड़ी नाल जिस नाल मैं विआह करना चाहुंदा सी। मां ने मेरियां अखां विच वेखदियां कहा, मैनू कुछ नहीं पता, बस ये कुड़ी तेरे वड्डे भरा दी घर वाली है, हुण तू उसदा सत्कार करी। मैं बहुत हैरान सी कि मेरी मां मेरे नाल अजिहा किवें कर सकदी है। जदों मैं राहुल नाल गल कीती तां उसने भी मेरा मजाक उड़ाया। मैं सोचिया कि तुहानू राहुल बारे दस्सां, पर तुसी मेरी गल नहीं सुनी। फिर एक दिन मैं काम तो वापस आ रहा सी तां रस्ते विच कुछ नौजवानां ने मैनू घेर लिया अते मोटिया डंडियां नाल मैनू कुटना शुरू कर दिता। मैं अपना कसूर पुछया तां एक मुंडा बोलिया, तुहाडे भरा ने सानू तैनू मारन लई पैसे दिते हन। मैनू अपने कन्नां ते यकीन नहीं आ रहा सी कि मेरे भरा ने मैनू मारन लई गुंडे भेजे हन। एक गुंडे दी सोटी मेरे सिर ते वज्जी अते मैं बेहोश हो गया। मैं सिर्फ बेहोश नहीं होया, मैं कोमा विच चला गया सी अते जदों मैं 16 सालां बाद ठीक होया तां पूरी दुनिया बदल चुकी सी। मैं अपनी जवानी हस्पताल दे बिस्तर ते लेट के कट दित्ती सी। मैं किसे नजदीकी रिश्तेदार दे घर गया अते उथों मैनू पता लगा कि मेरी मां अते मेरा वड्डा भरा राहुल इस संसार तो चले गए हन अते एक हकीकत मेरे सामने आई है कि मेरे पिता दा 2 वार विआह होया सी अते राहुल दी मां मेरी मतरेई मां सी। मैनू जन्म देण वेले मेरी मां दी मौत हो गई सी। इस समय मेरे पिता ने मैनू राहुल दी मां दी गोद विच बिठाया अते ओ मैनू सारी उम्र स्वीकार नहीं कर सकी। उसने राहुल दे दिल विच मेरे लिए नफरत भी भर दिती अते मेरे तो मेरी मां दा बदला भी लिया।
ਉਸਨੇ ਮੇਰੇ ਪਸੰਦ ਦੀ ਕੁੜੀ ਦਾ ਵਿਆਹ ਆਪਣੇ ਪੁੱਤਰ ਨਾਲ ਕਰਵਾ ਦਿੱਤਾ। ਹੁਣ ਮੇਰੇ ਅੰਦਰ ਵੀ ਬਦਲੇ ਦੀ ਅੱਗ ਬਲ ਰਹੀ ਸੀ ਤੇ ਮੈਂ ਰਾਹੁਲ ਤੋਂ ਆਪਣਾ ਬਦਲਾ ਲੈਣਾ ਚਾਹੁੰਦਾ ਸੀ, ਪਰ ਰਾਹੁਲ ਮਰ ਚੁੱਕਾ ਸੀ। ਇਸ ਲਈ ਮੈਂ ਸੋਚਿਆ ਕਿ ਮੈਂ ਉਸਦੀ ਧੀ ਦੀ ਜ਼ਿੰਦਗੀ ਤਬਾਹ ਕਰ ਦੇਵਾਂਗਾ। ਮੈਂ ਤੁਹਾਡੀ ਧੀ ਨੂੰ ਸਕੂਲੋਂ ਵਾਪਸ ਆਉਣ ਸਮੇਂ ਰੁਮਾਲ ਸੁੰਘਾ ਦੇਵਾਂਗਾ ਜਿਸ ਤੇ ਅਜਿਹਾ ਕੈਮੀਕਲ ਲਗਾਇਆ ਹੋਵੇਗਾ ਜਿਸ ਕਾਰਨ ਤੁਹਾਡੀ ਧੀ ਦਾ ਸਿਰ ਦਰਦ ਹੁੰਦਾ ਰਹੇਗਾ। ਇਸ ਕੈਮੀਕਲ ਦਾ ਅਸਰ ਪੂਰਾ ਹਫ਼ਤਾ ਰਹਿੰਦਾ। ਹਫ਼ਤੇ ਬਾਅਦ ਮੈਂ ਫਿਰ ਤੇਰੀ ਧੀ ਦੇ ਕੋਲ ਦੀ ਲੰਘ ਗਿਆ ਤੇ ਉਸਨੂੰ ਮੁੜ ਰੁਮਾਲ ਸੁੰਘਾ ਦਿੱਤਾ ਜਿਸ ਕਾਰਨ ਤੁਹਾਡੀ ਬੇਟੀ ਬੇਹੋਸ਼ ਹੋ ਜਾਂਦੀ ਸੀ। ਮੈਂ ਹਸਪਤਾਲ ਦੇ ਡਾਕਟਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਨਾਲ ਰਲਾ ਲਿਆ ਸੀ ਅਤੇ ਉਹਨਾਂ ਨੂੰ ਕਿਹਾ ਸੀ ਕਿ ਤੁਹਾਨੂੰ ਇਹ ਕਹਿਣਾ ਪਵੇਗਾ ਕਿ ਇਹ ਲੜਕੀ ਹੁਣ ਕੋਮਾ ਵਿੱਚ ਰਹੇਗੀ। ਮੈਂ ਰਾਹੁਲ ਦੀ ਧੀ ਦੀ ਜ਼ਿੰਦਗੀ ਬਰਬਾਦ ਕਰਨਾ ਚਾਹੁੰਦਾ ਸੀ ਅਤੇ ਉਸਦੀ ਜਵਾਨੀ ਹਸਪਤਾਲ ਦੇ ਬੈੱਡ ਤੇ ਬਿਤਾਉਣਾ ਚਾਹੁੰਦਾ ਸੀ। ਜਦੋਂ ਮੈਂ ਹਸਪਤਾਲ ਆਇਆ, ਮੈਂ ਤੁਹਾਨੂੰ ਰੋਂਦੇ ਦੇਖਿਆ ਅਤੇ ਮੈਂ ਡਰ ਗਿਆ ਅਤੇ ਮੈਂ ਆਪਣੇ ਆਪ ਨੂੰ ਕਿਹਾ ਕਿ ਮੈਂ ਇਹ ਕੀ ਕਰਨਾ ਚਾਹੁੰਦਾ ਹਾਂ। ਮੈਨੂੰ ਆਪਣੇ ਆਪ ਤੇ ਸ਼ਰਮ ਮਹਿਸੂਸ ਹੋਈ ਕਿ ਮੈਂ ਕਿਹੋ ਜਿਹਾ ਵਿਅਕਤੀ ਹਾਂ ਜੋ ਮੈਂ ਆਪਣੇ ਹੀ ਪਿਆਰ ਨੂੰ ਦੁਖੀ ਕਰ ਰਿਹਾ ਹਾਂ। ਇਸੇ ਲਈ ਮੈਂ ਇਹ ਨਾਟਕ ਕੀਤਾ ਤੇ ਤੁਹਾਨੂੰ ਮੇਰੇ ਨਾਲ ਵਿਆਹ ਕਰਨ ਲਈ ਕਿਹਾ। ਵਿਆਹ ਕਰਵਾ ਕੇ ਤੁਸੀਂ ਜਦੋਂ ਹਸਪਤਾਲ ਪਹੁੰਚੇ ਤਾਂ ਇਸ ਤੋਂ ਪਹਿਲਾਂ ਹੀ ਮੇਰਾ ਕਾਲ ਪਹੁੰਚ ਗਿਆ ਸੀ। ਮੈਂ ਹਸਪਤਾਲ ਦੀ ਨਰਸ ਨੂੰ ਕਿਹਾ ਕਿ ਅੱਜ ਇਸ ਬੱਚੀ ਨੂੰ ਬੇਹੋਸ਼ੀ ਦਾ ਟੀਕਾ ਨਾ ਦਿਓ। ਰਾਣੀ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਜੇ ਇਹ ਸਭ ਜਾਣ ਕੇ ਵੀ ਤੇਰੇ ਦਿਲ ਵਿੱਚ ਮੇਰੇ ਲਈ ਕੋਈ ਥਾਂ ਨਹੀਂ ਹੈ ਤਾਂ ਮੈਂ ਤੁਹਾਨੂੰ ਤਲਾਕ ਦੇਣ ਲਈ ਤਿਆਰ ਹਾਂ ਅਤੇ ਮੈਂ ਤਲਾਕ ਦੇ ਕਾਗਜ਼ ਇਸ ਲਿਫਾਫੇ ਵਿੱਚ ਰੱਖੇ ਹੋਏ ਹਨ। ਮੈਂ ਇੱਥੋਂ ਸਦਾ ਲਈ ਚਲਾ ਜਾਵਾਂਗਾ। ਸਾਮ ਇਹ ਕਹਿ ਕੇ ਉੱਥੋਂ ਚਲਾ ਜਾਂਦਾ ਹੈ ਅਤੇ ਫਿਰ ਮੈਂ ਸਾਮ ਨੂੰ ਕਿਹਾ ਕਿ ਮੈਨੂੰ ਸੋਚਣ ਲਈ ਕੁਝ ਸਮਾਂ ਚਾਹੀਦਾ ਹੈ। ਰਾਹੁਲ ਦੇ ਪਿਆਰ ਦਾ ਜੋ ਬੁੱਤ ਮੈਂ ਆਪਣੇ ਦਿਲ ਵਿੱਚ ਬਣਾਇਆ ਸੀ ਉਸ ਨੂੰ ਮੈਂ ਤੋੜ ਦਿੱਤਾ ਸੀ। ਰਾਹੁਲ ਤਾਂ ਮਨੁੱਖ ਅਖਵਾਉਣ ਦੇ ਵੀ ਯੋਗ ਨਹੀਂ ਸਨ। ਇੱਕ ਚੰਗੇ ਇਨਸਾਨ ਦੀ ਗੱਲ ਤਾਂ ਛੱਡੋ, ਮੈਂ ਉਸ ਲਈ ਆਪਣੀ ਜ਼ਿੰਦਗੀ ਨੂੰ ਤਬਾਹ ਕਰਕੇ ਗਲਤ ਕੀਤਾ ਸੀ। ਮੈਨੂੰ ਸਾਮ ਲਈ ਹਮਦਰਦੀ ਹੋਣ ਲੱਗੀ। ਸਾਮ ਅਕਸਰ ਸਾਡੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਫਿਰ ਇੱਕ ਦਿਨ ਮੈਂ ਸਾਮ ਨੂੰ ਗੋਦ ਲੈ ਲਿਆ ਅਤੇ ਸਾਮ ਨੇ ਮੇਰੀ ਬੇਟੀ ਪੂਜਾ ਨੂੰ ਵੀ ਗੋਦ ਲਿਆ। ਰਾਹੁਲ ਦੀ ਧੀ ਲਈ ਉਸਦੇ ਦਿਲ ਵਿੱਚ ਕੜਤਣ ਖਤਮ ਹੋ ਗਈ ਸੀ ਅਤੇ ਅੱਜ ਸਾਮ, ਮੈਂ ਅਤੇ ਮੇਰੀ ਬੇਟੀ ਖੁਸ਼ੀ ਨਾਲ ਇਕੱਠੇ ਰਹਿੰਦੇ ਹਾਂ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।